ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਨਸ਼ਾ ਨਾਮੀ ਬਿਮਾਰੀ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ, ਇਹ ਅਕਸਰ ਸੁਣਨ ਚ ਮਿਲਦਾ ਹੈ। ਉੜਤਾ ਪੰਜਾਬ ਵਰਗੀ ਵੱਡੇ ਬੈਨਰ ਦੀਆਂ ਫਿਲਮਾਂ 'ਚ ਵੀ ਇਹੀ ਦਰਸਾਇਆ ਗਿਆ। ਅਸੀਂ ਅੱਜ ਗੱਲ ਕਰਾਂਗੇ ਇਸੇ ਮੁੱਦੇ ਬਾਰੇ। ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਸੰਦੀਪ ਭੋਲਾ ਜੀ, MD ਕੰਸਲਟੈਂਟ ਸਾਈਕੈਟ੍ਰਿਸਟ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਜੀ। ਸਰ ਸ਼ੁਰੂਆਤ ਤੋਂ ਸ਼ੁਰੂ ਕਰਦੇ ਹਾਂ ਜੀ। ਡਰਗ ਐਡਿਕਸ਼ਨ, ਡਰਗ ਡੀ ਐਡਿਕਸ਼ਨ ਐਂਡ ਰੀਹੈਬਿਲਿਟੇਸ਼ਨ, ਇਹ ਲੇਮਨ ਲੈਂਗੁਏਜ 'ਚ ਅਸਲ ਭਾਸ਼ਾ 'ਚ ਐਕਚੁਅਲੀ ਹੈਗਾ ਕੀ? ਦੇਖੋ, ਐਡਿਕਸ਼ਨ ਅਸੀਂ ਡਰਗ ਯੂਜ਼ ਦੀ ਉਸ ਸਟੇਜ ਨੂੰ ਕਹਿੰਦੇ ਕਿ ਜਿਹੜੀ ਬਹੁਤ ਐਡਵਾਂਸ ਸਟੇਜ ਚਲੀ ਜਾਂਦੀ ਹੈ, ਜਿਸ ਸਟੇਜ ਦੇ ਵਿੱਚ ਵਿਅਕਤੀ ਬਹੁਤ ਸਮੇਂ ਤੋਂ ਨਸ਼ਾ ਜਾਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਯੂਜ਼ ਕਰ ਰਿਹਾ ਸੀ ਔਰ ਲਗਾਤਾਰ ਯੂਜ਼ ਕਰੀ ਜਾਂਦਾ ਹੈ ਔਰ ਛੱਡ ਨਹੀਂ ਪਾਉਂਦਾ, ਉਸ ਤੋਂ ਬਿਨਾਂ ਰਹਿ ਨਹੀਂ ਪਾਉਂਦਾ ਔਰ ਉਸ ਚੀਜ਼ ਨੂੰ ਯੂਜ਼ ਕਰਨ ਦੇ ਵਾਸਤੇ ਉਹ ਹਰ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀਜ਼ 'ਚ ਇੰਡਲਜ ਹੁੰਦਾ ਹੈ, ਆਪਣੇ ਪਰਿਵਾਰ ਨੂੰ, ਆਪਣੀ ਫੈਮਿਲੀ ਨੂੰ, ਆਪਣੀ ਸੁਸਾਇਟੀ ਨੂੰ, ਸਭ ਚੀਜ਼ਾਂ ਨੂੰ ਇਗਨੋਰ ਕਰ ਦਿੰਦਾ ਹੈ। ਸੋ ਦਿਸ ਇਜ਼ ਐਡਿਕਸ਼ਨ, ਸਟੇਜ ਆਫ ਐਡਿਕਸ਼ਨ, ਔਰ ਵਾਟ ਵੀ ਟੈਕਨੀਕਲੀ ਜਿਹਨੂੰ ਅਸੀਂ ਕਹਿੰਦੇ ਡਿਪੈਂਡੈਂਸ ਦੀ ਸਟੇਜ ਹੈ। ਡੀ ਐਡਿਕਸ਼ਨ ਇਸ ਤੋਂ ਬਿਲਕੁਲ ਉਲਟਾ, ਕਿ ਇਸ ਦੀ ਚੀਜ਼ ਤੋਂ ਨਿਜਾਤ ਪਾਉਣਾ, ਇਸ ਚੀਜ਼ ਦਾ ਇਲਾਜ ਕਰਨਾ, ਇਸ ਚੀਜ਼ ਵਾਸਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਨਾ, ਦੈਟ ਉਹਨੂੰ ਅਸੀਂ ਡੀ ਐਡਿਕਸ਼ਨ ਕਹਿੰਦੇ ਹਾਂ। ਰੀਹੈਬਿਲਿਟੇਸ਼ਨ ਸਟੇਜ ਉਸ ਤੋਂ ਐਡਵਾਂਸ ਸਟੇਜ ਹੈ ਕਿ ਜਿਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਇਸ ਬਿਮਾਰੀ ਨਾਲ ਦੇ ਵਿੱਚ ਲੱਗ ਗਿਆ, ਇਸ ਚੀਜ਼ ਦੇ ਵਿੱਚ ਚਲਾ ਗਿਆ ਗਲਤੀ ਨਾਲ ਕਿਸੇ ਤਰ੍ਹਾਂ ਵੀ, ਉਸ ਨੂੰ ਹਰ ਤਰ੍ਹਾਂ ਦੇ ਨਾਲ ਉਦੋਂ ਰੀਹੈਬਿਲਿਟੇਟ ਕਰਨਾ, ਚਾਹੇ ਉਹ ਸਾਈਕੋਲੋਜੀਕਲ ਰੀਹੈਬਿਲਿਟੇਸ਼ਨ ਹੈ, ਚਾਹੇ ਵੋਕੇਸ਼ਨਲ ਰੀਹੈਬਿਲਿਟੇਸ਼ਨ ਹੈ, ਸਪਿਰਿਚੁਅਲ ਰੀਹੈਬਿਲਿਟੇਸ਼ਨ ਹੈ, ਉਹ ਸਾਰੀਆਂ ਚੀਜ਼ਾਂ ਲਈ ਉਹਨੂੰ ਇਸ ਤਰ੍ਹਾਂ ਨਾਲ ਤਰੀਕੇ ਨਾਲ ਤਿਆਰ ਕਰਨਾ, ਰੀਹੈਬਿਲਿਟੇਟ ਕਰਕੇ ਕਿ ਉਹ ਜਿਹੜੀ ਮੇਨ ਸਟਰੀਮ ਦੇ ਵਿੱਚ ਇੱਕ ਨਾਰਮਲ ਸੁਸਾਇਟੀ ਦੇ ਵਿੱਚ ਵਾਪਸ ਆ ਕੇ ਇੱਕ ਨਾਰਮਲ ਲਾਈਫ ਬਤੀਤ ਕਰ ਸਕੇ। ਜੀ ਸਰ, ਇਹ ਡੀ ਐਡਿਕਸ਼ਨ ਸੈਂਟਰ ਰਿਹੈਬ ਤੁਸੀਂ 2007 ਦੇ ਵਿੱਚ ਸ਼ੁਰੂਆਤ ਕੀਤੀ ਹੋਈ? ਜੀ। ਸੋ ਵਿਜ਼ਨ ਕੀ ਸੀਗਾ, ਇਹਦੀ ਕਿੰਨੀ ਕੁ ਲੋੜ ਸੀਗੀ? ਦੇਖੋ, ਉਸ ਟਾਈਮ 'ਤੇ ਜੋ ਅਸੀਂ ਸਪੈਸ਼ਲਾਈਜ਼ਡ ਡੀ ਐਡਿਕਸ਼ਨ ਸੈਂਟਰਸ ਜਿਨ੍ਹਾਂ ਨੂੰ ਕਹਿੰਦੇ ਆ, ਕਿ ਜਿੱਥੇ ਸਪੈਸ਼ਲਾਈਜ਼ਡ ਇੱਕ ਐਵੀਡੈਂਸ ਬੇਸਡ ਟਰੀਟਮੈਂਟ ਜਿਹੜੀ ਹੋਣੀ ਚਾਹੀਦੀ ਹੈ, ਜੋ ਲੇਟੈਸਟ ਟੈਕਨੀਕਸ ਹੈ, ਲੇਟੈਸਟ ਮੈਡੀਸਿਨਸ ਹੈ, ਉਹ ਟਰੀਟਮੈਂਟ ਜਿਹੜੀ ਮੋਡੈਲਿਟੀਜ਼ ਹੈ ਪ੍ਰਾਈਵੇਟ ਸੈਕਟਰ ਵਿੱਚ ਤਾਂ ਡੈਫੀਨੇਟਲੀ ਅਵੇਲੇਬਲ ਸੀ, ਬਟ ਗਵਰਨਮੈਂਟ ਸੈਟਅਪ ਦੇ ਵਿੱਚ ਕਿਤੇ ਬਹੁਤ ਥੋੜ੍ਹੀ ਜਾਂ ਬਹੁਤ ਘੱਟ ਜਾਂ ਨਾ ਦੇ ਬਰਾਬਰ ਅਵੇਲੇਬਲ ਸੀ। ਸੋ ਪ੍ਰਾਈਵੇਟ ਸੈਟਅਪ ਵਿੱਚ ਜਾ ਕੇ ਲੋਕਾਂ ਨੂੰ ਬਹੁਤ ਪੈਸਾ ਖਰਚਾ ਕਰਨਾ ਪੈਂਦਾ ਸੀ, ਜਿਹੜਾ ਕਿ ਆਮ ਵਿਅਕਤੀ ਕਰ ਨਹੀਂ ਸੀ ਪਾ ਰਿਹਾ। ਸੋ ਅਸੀਂ ਗਵਰਨਮੈਂਟ ਹਸਪੀਟਲ ਦੇ ਵਿੱਚ ਇਹ ਸਰਵਿਸਿਜ਼ ਸਟਾਰਟ ਕੀਤੀਆਂ, ਕਿ ਜਿਹਦੇ ਵਿੱਚ ਕਿ ਅਸੀਂ ਇਹ ਕੋਸ਼ਿਸ਼ ਕੀਤੀ ਕਿ ਹਰ ਤਰ੍ਹਾਂ ਦੀ ਜਿਹੜੀ ਟਰੀਟਮੈਂਟ ਹੈ ਉਹ ਲੇਟੈਸਟ ਮੈਡੀਸਿਨਸ ਦੇ ਨਾਲ, ਲੇਟੈਸਟ ਟੈਕਨੀਕਸ ਦੇ ਨਾਲ ਜਿਹੜੀ ਉਹ ਦਿੱਤੀ ਜਾ ਸਕੇ, ਔਰ ਬਹੁਤ ਹੀ ਘੱਟ ਰੇਟਸ 'ਤੇ ਜਾਂ ਬਿਲਕੁਲ ਫ੍ਰੀ ਆਫ ਕਾਸਟ। ਸੋ ਵਾਟ ਵਰ ਦ ਕੰਸਟ੍ਰੇਨਟਸ ਇਨਵੋਲਵਡ ਉਹ ਸੈਟਅਪ ਦੇ ਵਿੱਚ? ਉਹਦੇ ਵਿੱਚ ਇਹ ਸੀ ਕਿ ਜੋ ਬਹੁਤ ਉਸ ਟਾਈਮ 'ਤੇ ਐਡਮਿਨਿਸਟ੍ਰੇਸ਼ਨ ਵੱਲੋਂ, ਹੈਲਥ ਡਿਪਾਰਟਮੈਂਟ ਵੱਲੋਂ, ਗਵਰਨਮੈਂਟ ਵੱਲੋਂ ਬਹੁਤ ਵਧੀਆ ਸਪੋਰਟ ਦਿੱਤੀ ਗਈ। ਸਿਰਫ ਉਹਦੇ ਵਿੱਚ ਇਹ ਸੀ ਕਿਉਂਕਿ ਇੱਕ ਸਟੇਟ ਵਿੱਚ ਇੱਕੋ ਹੀ ਪਹਿਲਾ ਸੈਂਟਰ ਬਣਿਆ ਸੀ, ਤਾਂ ਇਸ ਕਰਕੇ ਡਿਮਾਂਡ ਬਹੁਤ ਜ਼ਿਆਦਾ ਸੀ। ਸੋ ਸਪੇਸ ਦੀ ਇੱਕ ਕੰਸਟ੍ਰੇਂਟ ਸੀ ਸਾਡੇ ਕੋਲ, ਔਰ ਉਸ ਦੇ ਚੱਲਦੇ ਹੀ ਕਿ ਜਿਸ ਤਰ੍ਹਾਂ ਫਿਰ ਦੁਬਾਰਾ ਉਹਦੇ ਵਾਸਤੇ ਡਿਮਾਂਡ ਕੀਤੀ ਗਈ ਕਿ ਵੱਡੀ ਸਪੇਸ਼ੀਅਸ ਜਗ੍ਹਾ, ਜ਼ਿਆਦਾ ਸਪੇਸ਼ੀਅਸ ਜਗ੍ਹਾ ਚਾਹੀਦੀ ਹੈ, ਤਾਂ ਉਹ ਪ੍ਰੋਵਾਈਡ ਕੀਤੀ ਗਈ। ਤਾਂ ਬਹੁਤ ਜ਼ਿਆਦਾ ਕੰਸਟ੍ਰੇਂਟਸ ਰਹੀਆਂ ਨਹੀਂ, ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਇੰਨੀ ਕੁ ਜ਼ਿਆਦਾ ਇਨਵੋਲਵਮੈਂਟ ਹੈ ਇਸ ਪ੍ਰੋਗਰਾਮ ਦੇ ਵਿੱਚ, ਔਰ ਉਹਨਾਂ ਦੇ ਕਰਕੇ ਸਟੇਟ ਦੀ ਇੰਨੀ ਕੁ ਜ਼ਿਆਦਾ ਸਪੋਰਟ ਰਹਿੰਦੀ ਹੈ, ਤਾਂ ਬਹੁਤ ਜ਼ਿਆਦਾ ਕੰਸਟ੍ਰੇਂਟਸ ਰਹਿੰਦੀਆਂ ਨਹੀਂ। ਸਰ, ਇਹ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਵਾਟ ਡਰਗ ਐਡਿਕਸ਼ਨ ਹੈਜ਼ ਡਨ ਟੂ ਪੰਜਾਬ, ਈਵਨ ਦ ਟੈਰਰਿਜ਼ਮ ਕੁਡ ਨਾਟ। ਸੋ ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਤੁਸੀਂ ਬਹੁਤ ਬਰੀਕੀ ਨਾਲ ਜੁੜੇ ਸੀਗੇ ਡਰਗ ਐਡਿਕਸ਼ਨ ਨਾਲ। ਦੇਖੋ, ਇਸ ਤਰ੍ਹਾਂ ਕਿ ਅਸੀਂ ਜੇ ਅੱਜ ਦੀ ਡੇਟ 'ਚ ਗੱਲ ਕਰਦੇ ਹਾਂ ਤਾਂ ਨੁਕਸਾਨ ਤਾਂ ਡੈਫੀਨੇਟਲੀ ਹੋਇਆ, ਨੁਕਸਾਨ ਹੁਣ ਵੀ ਹੋ ਰਿਹਾ। ਜ਼ਿਆਦਾ ਜਿਹੜਾ ਵੱਡਾ ਨੁਕਸਾਨ ਜਿਹੜਾ ਹੈ ਉਹ ਜਿਹੜਾ ਅਸੀਂ ਜਿਹਨੂੰ ਮੰਨ ਕੇ ਚੱਲਦੇ ਹਾਂ ਕਿ ਉਹ ਸਿਰਫ ਯੂਥ ਦਾ ਨਹੀਂ ਹੈ, ਯੂਥ ਦਾ ਤਾਂ ਆਲਰੇਡੀ ਚੱਲੀ ਜਾ ਰਿਹਾ ਹੈ। ਹੁਣ ਜਿਹੜੀ ਛੋਟੀ ਏਜ ਗਰੁੱਪ ਵਾਲੇ ਬੱਚੇ ਹੈ, ਜਿਹੜੇ 14-15 ਸਾਲ ਦੀ ਏਜ ਗਰੁੱਪ ਵਾਲੇ ਬੱਚੇ ਹੈ, ਉਹ ਇਸ ਚੀਜ਼ 'ਚ ਇਨਵੋਲਵ ਹੁੰਦੇ ਜਾ ਰਹੇ ਹੈ, ਜਿਸ ਕਰਕੇ ਕਿ ਜਿਹੜੀ ਇੱਕ ਤਾਂ ਅਸੀਂ ਕਹਿੰਦੇ ਕਿ ਯੂਥ ਖਤਮ ਹੀ ਹੋ ਜਾਣਾ, ਯੂਥ ਖਤਮ ਹੁੰਦਾ ਜਾ ਰਿਹਾ, ਬਟ ਜਿਹੜੀ 14-15 ਸਾਲ ਵਾਲੇ ਬੱਚੇ ਜਿਨ੍ਹਾਂ ਨੇ ਹਜੇ ਯੰਗ ਹੋਣਾ ਹੈ, ਹਜੇ ਉਹ ਸਟੇਜ ਸ਼ਾਇਦ ਪਹੁੰਚ ਹੀ ਨਾ ਪਾਉਣ। ਸੋ ਉਹ ਇੱਕ ਬੜਾ ਵੱਡਾ ਇੱਕ ਜਿਹੜਾ ਐਪਰੀਹੈਂਸ਼ਨ ਹੈ, ਬੜਾ ਵੱਡਾ ਇੱਕ ਚਿੰਤਾ ਦਾ ਵਿਸ਼ੇ ਹੈ ਕਿ ਇਹ ਬੱਚਿਆਂ ਨੂੰ ਜਿਹੜਾ ਇਹ ਨੁਕਸਾਨ ਹੋ ਰਿਹਾ ਹੈ, ਇਹ ਵਾਕਈ ਬਹੁਤ ਵੱਡਾ ਨੁਕਸਾਨ ਹੈ। ਸਰ, ਤੁਸੀਂ ਯੂਥ ਦੀ ਗੱਲ ਕੀਤੀ, ਵਾਟ ਪਰਸੈਂਟੇਜ ਆਫ ਯੂਥ ਇਜ਼ ਇਨਵੋਲਵਡ? ਜਿਵੇਂ ਚਿਲਡਰਨ ਹੈ, ਯੂਥ ਆ, ਤੇ ਜਨਰਲੀ ਸਾਡਾ ਪਰਸੈਪਸ਼ਨ ਹੁੰਦਾ ਹੈ ਕਿ ਜਿਹੜਾ ਮੇਲ ਰੇਸ਼ੋ ਹੈ ਉਹ ਜ਼ਿਆਦਾ ਹੈਗਾ ਡਰਗ ਐਡਿਕਸ਼ਨ ਦੇ ਵਿੱਚ, ਤੇ ਅਸਲੀਅਤ ਕੀ ਹੈ ਗਰਾਊਂਡ ਲੈਵਲ ਤੇ?
ਦੇਖੋ ਇਸ ਲਈ ਜਿਸ ਤਰ੍ਹਾਂ ਹੁਣੀ ਰੀਸੈਂਟ ਇੱਕ 2019 ਦਾ ਸਰਵੇ ਹੋਇਆ ਗਵਰਨਮੈਂਟ ਆਫ ਇੰਡੀਆ ਦਾ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਮਪਾਵਰਮੈਂਟ ਐਂਡ ਆਲ ਇੰਡੀਆ ਇੰਸਟੀਚਿਊਟ ਨੇ ਸਰਵੇ ਕੀਤਾ। ਉਹਦੇ ਵਿੱਚ ਜੋ ਫਿਗਰਸ ਆਈਆਂ ਉਹ ਕੋਈ ਬਹੁਤ ਹੈਰਾਨੀਜਨਕ ਨਹੀਂ ਹੈ, ਕਿਉਂਕਿ ਜੋ ਫਿਗਰਸ ਉਹਦੇ ਵਿੱਚ ਉਹ ਐਕਸਪੈਕਟਡ ਸੀ ਕਿ ਇੰਨੀ ਕੁ ਪ੍ਰੋਬਲਮ ਤਾਂ ਇਸ ਤਰ੍ਹਾਂ ਦੀ ਪ੍ਰੋਬਲਮ ਤਾਂ ਹੈ ਹੀ ਹੈ। ਅਸੀਂ ਸਮਝ ਆ ਰਹੀ ਹੈ ਕਿ ਇਸ ਤਰ੍ਹਾਂ ਦੀ ਇੰਨੀ ਸਮੱਸਿਆ ਗੰਭੀਰ ਹੈ ਹੀ ਹੈ ਕਿ ਜੋ ਉਹ ਡਾਟਾ ਸ਼ੋ ਕਰਦਾ ਹੈ। ਉਹਦੇ ਅਕੋਰਡਿੰਗਲੀ ਬੱਚੇ ਜਿਹੜੇ ਹੈ ਛੋਟੀ ਏਜ ਵਾਲੇ ਗਰੁੱਪ ਵਾਲੇ ਜਿਹੜੇ ਬੱਚੇ ਹੁਣ ਹੋਰ ਜ਼ਿਆਦਾ ਇਨਵੋਲਵ ਹੋਣੇ ਸ਼ੁਰੂ ਹੋ ਗਏ, ਉਹ ਹੁਣ ਫੀਲਡ ਵਿੱਚ ਕੰਮ ਕਰਕੇ ਗਰਾਊਂਡ ਰਿਐਲਿਟੀ ਤਾਂ ਡੈਫੀਨੇਟਲੀ ਹੈ ਹੀ ਹੈ ਕਿ ਇਹ ਛੋਟੀ ਏਜ ਵਾਲੇ ਗਰੁੱਪ ਵਾਲੇ ਬੱਚੇ ਜਿਹੜੇ ਉਹਨਾਂ ਦਾ ਇਨਵੋਲਵਮੈਂਟ ਇਸ ਚੀਜ਼ ਦੇ ਵਿੱਚ, ਸੋ ਉਸ ਦੇ ਅਕੋਰਡਿੰਗਲੀ ਤਾਂ ਡੈਫੀਨੇਟਲੀ ਇਹ ਪ੍ਰੋਬਲਮ ਹੈ, ਡੈਫੀਨੇਟਲੀ ਹੈ। ਸਰ ਪਾਇਲਟ ਪ੍ਰੋਜੈਕਟ ਜੋ ਤੁਸੀਂ ਸ਼ੁਰੂ ਕੀਤਾ ਸੀਗਾ ਉਸ ਸੈਂਟਰ ਤੋਂ, ਉਹਦੇ ਬਾਰੇ ਕੁਝ ਦੱਸਣਾ ਚਾਹੋਗੇ? ਦੇਖੋ ਇੱਕ ਜਿਹੜਾ ਪਾਇਲਟ ਪ੍ਰੋਜੈਕਟ ਸਾਨੂੰ ਮਿਲਿਆ ਸੀ ਵਿਮਨ ਡਰੱਗ ਯੂਜ਼ਰਸ ਦੇ ਵਾਸਤੇ, ਜਿਸ ਦੇ ਵਿੱਚ ਇਹ ਪਲਾਨ ਕੀਤਾ ਗਿਆ ਸੀ ਕਿ ਅਸੀਂ ਵਿਮਨ ਜਿਹੜੀਆਂ ਡਰੱਗਸ ਯੂਜ਼ ਕਰਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਹੋਣੇ ਚਾਹੀਦੀਆਂ ਜਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਸਰਵਿਸਿਜ਼ ਦੇ ਸਕਦੇ ਹਾਂ ਤਾਂ ਕਿ ਉਹ ਬੜੀ ਆਸਾਨੀ ਨਾਲ ਆ ਕੇ ਬੜੇ ਆਰਾਮ ਨਾਲ ਬਿਨਾਂ ਕਿਸੇ ਸਟਿਗਮਾ ਤੋਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਆਪਣਾ ਟਰੀਟਮੈਂਟ ਲੈ ਸਕਣ। ਸੋ ਉਹਦੇ ਵਿੱਚ ਜਿਹੜਾ ਸਾਨੂੰ ਪ੍ਰੋਜੈਕਟ ਦਿੱਤਾ ਗਿਆ ਸੀ ਉਹਦੇ ਵਿੱਚ ਦੋ ਚੀਜ਼ਾਂ ਕੀਤੀਆਂ ਗਈਆਂ। ਇੱਕ ਤਾਂ ਜਿਹੜੀ ਡੀ ਐਡਿਕਸ਼ਨ ਦੀ ਸਰਵਿਸਿਜ਼ ਹੈ, ਡੀ ਐਡਿਕਸ਼ਨ ਲਈ ਜੋ ਟਰੀਟਮੈਂਟ ਸਰਵਿਸਿਜ਼ ਹੈ ਉਹ ਅਵੇਲ ਕਰਨਾ ਤਾਂ ਇੱਕ ਪਾਰਟ ਸੀ, ਬਟ ਉਹਦਾ ਮੇਜਰ ਪਾਰਟ ਇਹ ਸੀ ਕਿ ਜੋ ਗਵਰਨਮੈਂਟ ਗਵਰਨਮੈਂਟ ਹਸਪੀਟਲ ਦੇ ਵਿੱਚ ਗਵਰਨਮੈਂਟ ਸੈਟਅਪ ਦੇ ਵਿੱਚ ਜੋ ਸਰਵਿਸਿਜ਼ ਅਵੇਲੇਬਲ ਹੈ ਉਹ ਉਹਨਾਂ ਨੂੰ ਅਵੇਲ ਕਰਾਉਣੀਆਂ ਹੈ, ਉਹਨਾਂ ਨੂੰ ਉਸ ਫੈਸਿਲੀਟੇਟ ਕਰਨਾ ਉਹਨਾਂ ਨੂੰ ਉਸ ਦੇ ਵਾਸਤੇ। ਉਹਦੇ ਲਈ ਕੁਝ ਉਹਨਾਂ ਨੇ ਸਾਨੂੰ ਉਸ ਆਰਗੇਨਾਈਜੇਸ਼ਨ ਵੱਲੋਂ ਕੁਝ ਆਊਟਰੀਚ ਵਰਕਰਸ ਪ੍ਰੋਵਾਈਡ ਕੀਤੇ ਗਏ। ਬੜੀ ਇੰਟਰਸਟਿੰਗ ਚੀਜ਼ ਹੈ ਕਿ ਆਊਟਰੀਚ ਵਰਕਰਸ ਅਸੀਂ ਉਹ ਰੱਖੇ ਕਿ ਜਿਹੜੇ ਕਿ ਵਿਮਨ ਜਿਹੜੀਆਂ ਸੀ ਆਲਰੇਡੀ ਡਰੱਗਸ ਯੂਜ਼ ਕਰ ਚੁੱਕੀਆਂ ਸੀ, ਟਰੀਟਮੈਂਟ ਕਰਵਾ ਰਹੀਆਂ ਸੀ ਜਾਂ ਕੰਪਲੀਟ ਕਰ ਚੁੱਕੀਆਂ ਸੀ ਟਰੀਟਮੈਂਟ। ਉਹਨਾਂ ਨੂੰ ਕਿਉਂਕਿ ਹਰ ਇੱਕ ਜਗ੍ਹਾ ਦਾ ਹਰ ਇੱਕ ਫੀਮੇਲ ਦੇ ਬਾਰੇ ਜਾਣਕਾਰੀ ਸੀ, ਉਹਨਾਂ ਜੀ ਜਿਨ੍ਹਾਂ ਨੂੰ ਅਸੀਂ ਹੌਟ ਸਪੌਟਸ ਕਹਿੰਦੇ ਹਾਂ ਕਿ ਜਿੱਥੇ ਨਸ਼ਾ ਕੀਤਾ ਜਾਂਦਾ ਹੈ, ਨਸ਼ਾ ਹੁੰਦਾ ਹੈ, ਉਹਨਾਂ ਨੂੰ ਉਹ ਸਾਰੀਆਂ ਜਗ੍ਹਾ ਦਾ ਪਤਾ ਸੀ। ਉਹ ਉੱਥੇ ਜਾ ਕੇ ਉਹਨਾਂ ਨੇ ਕੰਟੈਕਟ ਕੀਤਾ, ਉਹਨਾਂ ਨਾਲ ਗੱਲਬਾਤ ਕੀਤੀ ਔਰ ਉਹਦੇ ਵਿੱਚ ਉਹਨਾਂ ਨੂੰ ਇਸ ਚੀਜ਼ ਵਾਸਤੇ ਮੋਟੀਵੇਟ ਨਹੀਂ ਕੀਤਾ ਕਿ ਤੁਸੀਂ ਡਰੱਗ ਛੱਡਣੀ ਹੈ, ਉਹਨਾਂ ਨੂੰ ਇਸ ਚੀਜ਼ ਦੇ ਵਾਸਤੇ ਮੋਟੀਵੇਟ ਕੀਤਾ ਕਿ ਤੁਸੀਂ ਗਵਰਨਮੈਂਟ ਹਸਪੀਟਲ ਦੇ ਵਿੱਚ ਜਾ ਕੇ ਇਹ ਸਰਵਿਸਿਜ਼ ਲੈਣੀਆਂ ਕਿ ਜਿਹਦੇ ਵਿੱਚ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੈ, ਉਹਨਾਂ ਦਾ ਸਰਜੀਕਲ ਚੈੱਕਅਪ ਹੈ, ਉਹਨਾਂ ਦਾ ਗਾਇਨੀ ਚੈੱਕਅਪ ਹੈ, ਉਹਨਾਂ ਦੇ ਪ੍ਰੈਗਨੈਂਸੀ ਟੈਸਟ ਹੈ, ਉਹਨਾਂ ਨੂੰ ਟਿਊਬਰਕਲੋਸਿਸ ਦਾ ਟੈਸਟ ਹੈ, HIV ਦਾ ਟੈਸਟ ਹੈ, ਹੈਪੇਟਾਈਟਿਸ B C ਦਾ ਟੈਸਟ ਹੈ। ਇਹ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਔਰ ਸਿਰਫ ਇਹੀ ਨਹੀਂ, ਉਹਨਾਂ ਨੂੰ ਸੋਸ਼ਲ ਸਰਵਿਸਿਜ਼ ਸਕੀਮਸ ਜਿਹੜੀਆਂ ਕਿ ਸਿੰਪਲ ਜੀ ਚੀਜ਼ ਹੈ ਆਧਾਰ ਕਾਰਡ ਬਣਾ ਕੇ ਦੇਣਾ, ਕਿ ਬਹੁਤ ਸਾਰੀਆਂ ਲੜਕੀਆਂ ਕੋਲ ਆਧਾਰ ਕਾਰਡ ਨਹੀਂ ਸੀ, ਉਹ ਆਧਾਰ ਕਾਰਡ ਬਣਵਾ ਕੇ ਦੇਣਾ। ਹੁਣ ਰੀਸੈਂਟਲੀ ਅਸੀਂ ਕੁਝ ਫੀਮੇਲਸ ਦੇ ਵੋਟਰਸ ਕਾਰਡ ਬਣਵਾਉਣ ਲਈ ਉਹ ਵੀ ਅਪਲਾਈ ਕੀਤਾ ਕਿ ਜਿਹੜਾ ਕਿ ਉਹਨਾਂ ਨੇ ਕਦੀ ਕਰਨਾ ਨਹੀਂ ਸੀ। ਸੋ ਜਦੋਂ ਉਹ ਲੜਕੀਆਂ ਇਸ ਚੀਜ਼ ਨਾਲ ਜੁੜਦੀਆਂ, ਹਸਪੀਟਲ ਆਉਂਦੀਆਂ, ਰੈਗੂਲਰ ਵਿਜ਼ਿਟ ਕਰਦੀਆਂ, ਕਿਤੇ ਨਾ ਕਿਤੇ ਉਹਨਾਂ ਨੂੰ ਥੋੜ੍ਹਾ ਜਿਹਾ ਅਸੀਂ ਇਸ ਚੀਜ਼ ਲਈ ਮੋਟੀਵੇਟ ਕਰਦੇ ਰਹਿੰਦੇ ਨੇ ਕਿ ਇਹਦੇ ਡਰੱਗਸ ਵੀ ਛੱਡੀਆਂ ਜਾ ਸਕਦੀਆਂ, ਡਰੱਗਸ ਦੀ ਟਰੀਟਮੈਂਟ ਵੀ ਕਰਾਈ ਜਾ ਸਕਦੀ ਹੈ। ਜਿਸ ਤਰ੍ਹਾਂ ਹੁਣ ਤੁਸੀਂ ਹਸਪੀਟਲ ਆਏ ਇੱਦਾਂ ਹੀ ਟਰੀਟਮੈਂਟ ਲੈਣੀ ਔਰ ਘਰ ਚਲੇ ਜਾਣਾ। ਸੋ ਉਹ ਹੌਲੀ ਕਰਦੇ ਉਸ ਜਿਹੜੇ ਟਰੀਟਮੈਂਟ ਪ੍ਰੋਗਰਾਮਸ ਨਾਲ ਵੀ ਜੁੜਨੀਆਂ ਸ਼ੁਰੂ ਹੋ ਗਈਆਂ। ਸੋ ਇਸ ਤਰੀਕੇ ਨਾਲ ਜਿਹੜਾ ਇਹ ਪ੍ਰੋਗਰਾਮ ਬਣਿਆ ਔਰ ਇਹਦੇ 'ਤੇ ਪਾਲਿਸੀ ਜਿਹੜੀ ਅਸੀਂ ਬਣਾ ਕੇ ਡਰਾਫਟ ਕਰਕੇ ਦਿੱਤੀ ਕਿ ਇਸ 7 SAARC ਕੰਟਰੀਜ਼ ਨੂੰ ਕਿ ਇਸ ਤਰ੍ਹਾਂ ਦੀਆਂ ਸਰਵਿਸਿਜ਼ ਕਿ ਸਿਰਫ ਬੜੀ ਕੰਪਰੀਹੈਂਸਿਵ ਪੈਕੇਜ ਚਾਹੀਦਾ ਹੈ, ਪੂਰਾ ਪੈਕੇਜ ਹੋਣਾ ਚਾਹੀਦਾ ਵਿਮਨ ਦੇ ਵਾਸਤੇ। ਸਿਰਫ ਇਹ ਨਹੀਂ ਹੈ ਕਿ ਮੈਡੀਸਿਨ ਦਿੱਤੀ ਜਾਂ ਐਡਮਿਟ ਕੀਤਾ, ਟਰੀਟਮੈਂਟ ਕੀਤੀ, ਘਰ 'ਚ ਭੇਜ ਦਿੱਤਾ। ਇਹ ਸਰਵਿਸਿਜ਼ ਨਾਲ ਜਦ ਤੱਕ ਨਹੀਂ ਦੇਵਾਂਗੇ ਔਰ ਫੀਮੇਲਸ ਜਿਹੜੀਆਂ ਡਰੱਗ ਯੂਜ਼ਰਸ ਹੈ ਉਹ ਕਦੀ ਵੀ ਸਰਵਿਸਿਜ਼ ਅਵੇਲ ਕਰਨ ਲਈ ਨਹੀਂ ਆ ਸਕਦੀਆਂ ਜੀ। ਸਰ ਇਹ ਮੁੱਖ ਕਾਰਨ ਕੀ ਹੋ ਸਕਦੇ ਆ ਡਰੱਗ ਐਡਿਕਸ਼ਨ ਦੇ? ਤੁਸੀਂ 12 ਸਾਲ ਦੇ ਬੱਚਿਆਂ ਦੀ ਗੱਲ ਕੀਤੀ ਤੇ 12 ਸਾਲ ਦੇ ਬੱਚੇ ਨੂੰ ਕੀ ਏਮਪਲੋਇਮੈਂਟ ਦੀ ਦਿੱਕਤ ਜਾਂ ਕੀ ਡਿਪਰੈਸ਼ਨ ਹੋ ਸਕਦਾ? ਸੋ ਰੀਜ਼ਨਸ ਕੀ ਹੋ ਸਕਦੇ ਨੇ ਸਰ ਡਰੱਗ ਐਡਿਕਸ਼ਨ? ਦੇਖੋ ਇੱਦਾਂ ਹੈ ਕਿ ਜਦੋਂ ਅਸੀਂ ਕਾਜ਼ਜ਼ ਆਫ ਐਡਿਕਸ਼ਨ ਦੀ ਗੱਲ ਕਰਦੇ ਹਾਂ ਤਾਂ ਕੋਈ ਇੱਕ ਸਿੰਗਲ ਫੈਕਟਰ ਨਹੀਂ ਹੈ ਕਿ ਜਿਹਦੇ ਕਰਕੇ ਕੋਈ ਵਿਅਕਤੀ ਨਸ਼ੇ 'ਚ ਜਾਂਦਾ ਹੈ। ਉਹਦੇ ਵਿੱਚ ਜੈਨੇਟਿਕ ਫੈਕਟਰਸ ਵੀ ਹੈ, ਉਹਦੇ 'ਚ ਇਹ ਵੀ ਹੈ ਕਿ ਸੋਸ਼ਲ ਲਰਨਿੰਗ ਵੀ ਹੈ, ਆਪਣੇ ਆਸ-ਪਾਸ ਦੇ ਲੋਕਾਂ ਨੂੰ ਦੇਖ ਕੇ, ਆਪਣੇ ਰੋਲ ਮਾਡਲਸ ਨੂੰ ਦੇਖ ਕੇ ਵੀ ਅਸੀਂ ਸਿੱਖਦੇ ਹਾਂ। ਪੀਅਰ ਪ੍ਰੈਸ਼ਰ ਵੀ ਹੈ ਕਿ ਆਪਣੇ ਆਸ-ਪਾਸ ਦੇ ਫਰੈਂਡ ਸਰਕਲ ਹੈ, ਯਾਰ ਦੋਸਤ ਹੈ, ਉਹ ਪ੍ਰੈਸ਼ਰਾਈਜ਼ ਕਰਦੇ ਹੈ। ਫੈਮਿਲੀ ਡਾਇਨਾਮਿਕਸ ਵੀ ਹੈ ਕਿ ਫੈਮਲੀਜ਼ ਕੁਛ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਜਿਹਦੇ ਵਿੱਚ ਬੱਚੇ ਪੇਰੈਂਟਸ ਦੇ ਨਾਲ ਜਾਂ ਪੇਰੈਂਟਸ ਬੱਚਿਆਂ ਦੇ ਨਾਲ ਬਹੁਤ ਸ਼ੇਅਰਿੰਗ ਨਹੀਂ ਕਰਦੇ। ਫਿਰ ਜਿਹੜਾ ਅਵੇਲੇਬਿਲਿਟੀ
ਕਿ ਉਸ ਰੀਜਨ ਦੇ ਵਿੱਚ ਕੀ ਕੁਝ ਅਵੇਲੇਬਲ ਹੈ, ਕਿਸ ਤਰ੍ਹਾਂ ਦੇ ਡਰੱਗਸ ਅਵੇਲੇਬਲ ਹੈ, ਇਹ ਸਾਰੀਆਂ ਚੀਜ਼ਾਂ। ਇਹ ਯੂਥ ਦੇ ਵਿੱਚ ਜਿਹੜਾ ਹੈਗਾ ਪ੍ਰੋਮੀਨੈਂਸ, ਇਹ ਸਿਰਫ ਆਊਟ ਆਫ ਕ੍ਰੇਜ਼ ਹੈ ਜਾਂ ਇਹਦੇ ਕੀ ਰੀਜ਼ਨਸ ਹੋ ਸਕਦੇ ਆ? ਦੇਖੋ, ਜਦੋਂ ਸਟਾਰਟ ਕਰਦਾ ਹੈ ਨਾ ਬੱਚਾ, ਉਦੋਂ ਤਾਂ ਜਸਟ ਐਕਸਪੈਰੀਮੈਂਟੇਸ਼ਨ ਔਰ ਐਕਸਾਈਟਮੈਂਟ, ਕਿਉਂਕਿ ਫਰੈਂਡ ਸਰਕਲ ਜਾਂ ਹੋਰ ਵੱਡੇ ਜਿਹੜੇ ਮੇਰੇ ਤੋਂ ਵੱਡੇ ਯਾਰ ਦੋਸਤ ਹੈ ਜਾਂ ਸਰਕਲ ਦੇ ਵਿੱਚ ਲੋਕ ਹੈ, ਉਹ ਕਰ ਰਹੇ ਹੈ, ਤਾਂ ਉਹਨਾਂ ਨੂੰ ਦੇਖ ਕੇ ਮੈਂ ਸਿਰਫ ਇਹ ਦੇਖਣ ਵਾਸਤੇ ਕਿ ਇਹ ਚੀਜ਼ ਕੀ ਹੈ, ਜਾਂ ਉਹ ਕਰਵਾ ਦਿੰਦੇ ਜਾਂ ਮੇਰਾ ਮਨ ਕਰਿਆ ਨਾ ਕਰਨ ਵਾਸਤੇ। ਉਹ ਐਕਸਪੈਰੀਮੈਂਟੇਸ਼ਨ ਦੇ ਨਾਲ ਸ਼ੁਰੂ ਹੁੰਦਾ ਹੈ, ਫਿਰ ਉਹ ਗ੍ਰੈਜੂਅਲੀ, ਕਿਉਂਕਿ ਇੱਕ ਵਾਰੀ ਕਰ ਲਿਆ ਤਾਂ ਉਹ ਫਸਟ ਐਕਸਪੀਰੀਅੰਸ ਦੱਸਦਾ ਕਿ ਤੁਹਾਨੂੰ ਕਿੰਨਾ ਕੁ ਮਜ਼ਾ ਆਇਆ ਜਾਂ ਉਹਦੇ ਨਾਲ ਕਿੰਨਾ ਕੁ ਤੁਹਾਨੂੰ ਮਨ ਖਰਾਬ ਹੋਇਆ ਜਾਂ ਅੱਛਾ ਨਹੀਂ ਲੱਗਿਆ। ਜੇ ਤਾਂ ਬਹੁਤ ਮਜ਼ਾ ਆਇਆ ਤੇ ਫਿਰ ਮਨ ਕਰੇਗਾ ਕਿ ਮੈਂ ਦੁਬਾਰਾ ਫੇਰ ਜਾ ਕੇ ਕਰਾਂ। ਉਹ ਇਰੈਗੂਲਰ ਯੂਜ਼ ਸ਼ੁਰੂ ਹੋ ਗਿਆ, ਫਿਰ ਰੈਗੂਲਰ ਯੂਜ਼ ਸ਼ੁਰੂ ਹੋ ਗਿਆ, ਫਿਰ ਕਰਦੇ ਤਾਂ ਬਿਲਕੁਲ ਉਹ ਫਿਰ ਡਿਪੈਂਡੈਂਸ ਵਾਲੀ ਸਟੇਜ ਤੇ ਪਹੁੰਚ ਜਾਂਦਾ ਹੈ। ਸਰ, ਇਹ ਰੀਹੈਬ ਪ੍ਰੋਸੈਸ ਹੈ, ਮੈਡੀਕੇਸ਼ਨਸ ਦੇ ਇਲਾਵਾ ਹੋਰ ਕਿੰਨੀ ਕੁ ਲੋੜ ਹੁੰਦੀ ਹੈ ਮੋਟੀਵੇਸ਼ਨ ਦੀ, ਫੈਮਿਲੀ ਦੇ ਤੌਰ ਤੇ ਵੀ ਜਾਂ ਰਿਲੇਟਿਵਸ ਦੀ ਵੀ, ਸੋਸਾਇਟੀ ਵੀ? ਕੀ ਰਿਸਪੌਂਸਿਬਿਲਿਟੀ ਹੈ ਸੋਸਾਇਟੀ ਦੀ? ਦੇਖੋ, ਮੈਡੀਸਿਨ ਇੱਕ ਪਾਰਟ ਹੈ ਜਿਹਦੇ ਵਿੱਚ ਕਿ ਅਸੀਂ ਮੈਡੀਸਿਨ ਦੇ ਕੇ ਉਹਦੇ ਜਿਹੜੇ ਵਿਡਰੋਲਸ ਹੈ ਜਾਂ ਉਹਦੀ ਕ੍ਰੇਵਿੰਗ ਹੈ ਉਹਨੂੰ ਕੰਟਰੋਲ ਕਰ ਲੈਣਾ। ਪਰ ਜਿਹੜੇ ਬਾਕੀ ਫੈਕਟਰਸ ਦੀ ਮੈਂ ਗੱਲ ਕੀਤੀ ਹੈ, ਉਹ ਮੈਡੀਸਿਨ ਨਾਲ ਤਾਂ ਕੰਟਰੋਲ ਨਹੀਂ ਹੋਣ ਵਾਲੇ। ਉਹਦੇ ਵਾਸਤੇ ਫੈਮਿਲੀ ਦੀ ਸਪੋਰਟ, ਸੋਸਾਇਟੀ ਦੀ ਸਪੋਰਟ, ਇਹ ਸਾਰੀਆਂ ਚੀਜ਼ਾਂ ਹੋਣੀਆਂ, ਇਕੱਠੀਆਂ ਹੋਣੀਆਂ ਬਹੁਤ ਜ਼ਰੂਰੀ ਹੈ। ਕਿਉਂਕਿ ਅੱਜ ਦੀ ਡੇਟ 'ਚ ਜੇ ਅਸੀਂ ਕਹਿੰਦੇ ਹਾਂ ਕਿ ਕਿਹੜੀ ਚੀਜ਼ ਲੈਕਿੰਗ ਹੈ, ਕਿ ਹਰ ਤਰ੍ਹਾਂ ਦੀ ਟਰੀਟਮੈਂਟ ਫੈਸਿਲਿਟੀ ਅਵੇਲੇਬਲ ਹੈ, ਹਰ ਤਰ੍ਹਾਂ ਦੀ ਟਰੀਟਮੈਂਟ ਅਵੇਲੇਬਲ ਹੈ, ਔਰ ਬਹੁਤ ਮੈਸਿਵ ਸਕੇਲ 'ਤੇ ਪੰਜਾਬ ਵਿੱਚ ਜਿਹੜੀਆਂ ਟਰੀਟਮੈਂਟਸ ਅਵੇਲੇਬਲ ਹੈ। ਬਟ ਕਮੀ ਕਿਸ ਚੀਜ਼ ਦੀ ਹੈ ਕਿ ਸਿਰਫ ਸੁਸਾਇਟੀ ਦੀ ਪਾਰਟਿਸਿਪੇਸ਼ਨ ਦੀ। ਕਿ ਅੱਜ ਦੀ ਡੇਟ 'ਚ ਵੀ ਕੋਈ ਬੱਚਾ ਨਸ਼ਾ ਛੱਡ ਕੇ ਟਰੀਟਮੈਂਟ ਕਰਾ ਕੇ, ਜਾਂ ਇਨਫੈਕਟ ਟਰੀਟਮੈਂਟ ਤੇ ਮੈਡੀਸਿਨ ਵੀ ਲੈ ਵੀ ਰਿਹਾ ਤਾਂ, ਪਰ ਉਹਨੇ ਡਰੱਗਸ ਤਾਂ ਛੱਡ ਦਿੱਤੀ, ਇਲੀਗਲ ਡਰੱਗ ਛੱਡੀ ਹੋਈ ਹੈ। ਉਹ ਜੇ ਹੁਣ ਸੁਸਾਇਟੀ ਵਿੱਚ ਜਾਂਦਾ ਹੈ ਤਾਂ ਉੱਥੇ ਜਾ ਕੇ ਫਿਰ ਉਹਨੂੰ ਉਸ ਤਰ੍ਹਾਂ ਨਾਲ ਹੀ ਟਰੀਟ ਕੀਤਾ ਜਾਂਦਾ, ਉਸ ਤਰ੍ਹਾਂ ਦੇ ਨਾਲ ਹੀ ਦੇਖਿਆ ਜਾਂਦਾ, ਉਸ ਤਰ੍ਹਾਂ ਨਾਲ ਹੀ ਉਹਨੂੰ ਅਲੱਗ ਕੀ ਕਰਕੇ ਰੱਖਿਆ ਜਾਂਦਾ ਕਿ ਨਹੀਂ ਇਹ ਤਾਂ ਚੰਗਾ ਹੈ ਹੀ ਨਹੀਂ, ਇਹ ਤਾਂ ਆਦਤਾਂ ਮਾੜੀਆਂ ਇਹਦੀਆਂ, ਦਾ ਨਸ਼ਾ ਕਰਦਾ। ਐਕਸੈਪਟ ਉਹ ਚੀਜ਼ ਬਹੁਤ ਜ਼ਰੂਰੀ ਹੈ ਕਿ ਸੁਸਾਇਟੀ ਇਸ ਚੀਜ਼ ਨੂੰ ਐਕਸੈਪਟ। ਔਰ ਸੁਸਾਇਟੀ ਜਦ ਤੱਕ ਅਸੀਂ, ਜੇ ਮੈਂ ਐਗਜ਼ਾਮਪਲ ਦਿੱਤੀ ਕਿ ਅਸੀਂ ਜਿਹੜਾ ਆਊਟਰੀਚ ਵਰਕਰਸ ਡਰੱਗ ਯੂਜ਼ਰਸ ਫੀਮੇਲਸ ਰੱਖੀਆਂ, ਉਸੇ ਤਰ੍ਹਾਂ ਜੇ ਇਸ ਤਰ੍ਹਾਂ ਦੇ ਯੂਥ ਜਿਹੜੇ ਇਸ ਤਰ੍ਹਾਂ ਦੇ ਬੱਚੇ ਹੈ, ਜਦ ਤੱਕ ਉਹਨਾਂ ਨੂੰ ਆਪਾਂ ਐਜੂਕੇਸ਼ਨ, ਉਹਨਾਂ ਨੂੰ ਐਮਪਲੋਇਮੈਂਟ, ਉਹ ਸਾਰੀਆਂ ਚੀਜ਼ਾਂ ਨਹੀਂ ਪ੍ਰੋਵਾਈਡ ਕਰਾਂਗੇ, ਅਸੀਂ ਕਹਿ ਤਾਂ ਦਿੰਦੇ ਹਾਂ ਕਿ ਮੇਨ ਸਟਰੀਮ ਦੇ ਵਿੱਚ ਲੈ ਕੇ ਆਉਣਾ। ਮੇਨ ਸਟਰੀਮ ਦੇ ਵਿੱਚ ਆਉਣਾ ਇਹੀ ਤਾਂ ਹੈ ਕਿ ਉਹਨਾਂ ਨੂੰ ਐਮਪਲੋਇਮੈਂਟ, ਸਾਰਿਆਂ ਦੇ ਨਾਲ ਬੈਠ ਕੇ ਕੰਮ ਕਰਨਾ ਹੈ, ਸਾਰਿਆਂ ਦੇ ਨਾਲ ਉਹਨਾਂ ਨੇ ਬੈਠ ਕੇ ਖਾਣਾ ਖਾਣਾ, ਫੈਮਿਲੀ ਦੇ ਵਿੱਚ ਬੈਠਣਾ, ਵਿਆਹ ਸ਼ਾਦੀਆਂ ਜਾਣਾ, ਆਪਣੇ ਸੁਸਾਇਟੀ ਦੇ ਵਿੱਚ ਬੈਠਣਾ। ਉਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹੈ। ਜਦ ਤੱਕ ਕਿ ਐਕਸੈਪਟੈਂਸ ਨਹੀਂ ਆ ਜਾਂਦੀ ਸੁਸਾਇਟੀ ਦੇ ਵਿੱਚ, ਉਨੀ ਦੇਰ ਤੱਕ। ਜੀ ਬਿਲਕੁਲ ਸਰ, ਮੌਜੂਦਾ ਸਥਿਤੀ ਹੈ ਜੋ ਡਰੱਗ ਅਬਿਊਜ਼ ਦੀ, ਫਿਲਹਾਲ ਹਾਲ ਦੀ ਘੜੀ ਡਰੱਗ ਡੀ ਐਡਿਕਸ਼ਨ ਸੈਂਟਰਸ ਕਿੰਨੇ ਹੈਗੇ ਆ ਪੰਜਾਬ ਦੇ ਵਿੱਚ, ਤੇ ਕਿੰਨੇ ਕੀ ਹੋਰ ਲੋੜ ਹੈ ਉਪਰਾਲੇ ਦੀ ਸਰਕਾਰ ਵੱਲੋਂ ਇਸ ਪਾਰਟਿਕੂਲਰ ਫੀਲਡ 'ਚ ਬਿਹਤਰੀ ਲਈ? ਜੀ, ਇਸ ਤਰ੍ਹਾਂ ਹੈ ਕਿ ਸਰਵਿਸਿਜ਼ ਦੀ ਮੈਂ ਗੱਲ ਕੀਤੀ ਕਿ ਸਰਵਿਸਿਜ਼ ਅਵੇਲੇਬਿਲਿਟੀ ਕਰਾਉਣ ਵਿੱਚ, ਸਰਵਿਸਿਜ਼ ਅਵੇਲੇਬਲ ਹੋਣ ਵਿੱਚ ਪੰਜਾਬ ਬਹੁਤ ਉੱਪਰ ਹੈ। ਬਹੁਤ ਜ਼ਿਆਦਾ ਸਰਵਿਸਿਜ਼, ਜਿੰਨੀਆਂ ਕਿ ਮੈਸਿਵ ਸਕੇਲ 'ਤੇ ਸਰਵਿਸਿਜ਼ ਪੰਜਾਬ ਵਿੱਚ ਦਿੱਤੀਆਂ ਜਾਂਦੀਆਂ, ਕਿਸੇ ਹੋਰ ਸਟੇਟ ਦੇ ਵਿੱਚ ਨਹੀਂ। ਸੋ ਸਰਵਿਸਿਜ਼ ਡਿਲੀਵਰੀ ਦੇ ਵਿੱਚ ਕੋਈ ਕਮੀ ਨਹੀਂ ਹੈ। ਉਹਦੇ ਵਾਸਤੇ ਹੋਰ ਡੀ ਐਡਿਕਸ਼ਨ ਸੈਂਟਰ ਖੋਲ੍ਹਣ ਦੀ ਲੋੜ ਨਹੀਂ ਹੈ, ਹੋਰ ਨਵੇਂ ਪ੍ਰੋਗਰਾਮ ਬਕਾਇਦਾ ਜ਼ਰੂਰ ਚਲਾਉਣ ਦੀ ਲੋੜ ਹੈ। ਪਰ ਇਹ ਸਰਵਿਸਿਜ਼ ਨੂੰ ਪ੍ਰੋਪਰ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣਾ ਉਹ ਬਹੁਤ ਜ਼ਰੂਰੀ ਹੈ। ਦੂਸਰਾ ਕਿ ਅਸੀਂ ਜਦੋਂ ਵੀ ਗੱਲ ਕਰਦੇ ਹਾਂ ਐਡਿਕਸ਼ਨ ਦੀ ਜਾਂ ਡੀ ਐਡਿਕਸ਼ਨ ਦੀ, ਸਾਰਾ ਕੁਝ ਸਾਡਾ ਓਰੀਐਂਟਡ ਹੁੰਦਾ ਔਨ ਮੇਲਸ। ਜੀ, ਅਸੀਂ ਕਦੀ ਫੀਮੇਲਸ ਦੇ ਵਾਸਤੇ ਜਾਂ ਹੋਰ ਮਾਰਜੀਨਲਾਈਜ਼ਡ ਕਮਿਊਨਿਟੀਜ਼, ਉਹਨਾਂ ਬਾਰੇ ਗੱਲ ਨਹੀਂ ਕਰਦੇ ਕਿ ਉਹਨਾਂ ਨੂੰ ਵੀ ਸਰਵਿਸਿਜ਼ ਦੇਣ ਦੀ ਲੋੜ ਹੈ। ਉਹਦੇ ਵਾਸਤੇ ਜਦ ਤੱਕ ਅਸੀਂ ਵੂਮਨ ਡਰੱਗ ਯੂਜ਼ਰਸ ਨੂੰ ਉਹਨਾਂ ਦਾ ਟਰੀਟਮੈਂਟ ਨਹੀਂ ਕਰਾਂਗੇ, ਉਹਨਾਂ ਨੂੰ ਸਰਵਿਸਿਜ਼ ਨਹੀਂ ਦੇਵਾਂਗੇ, ਅਸੀਂ ਬੱਚੇ ਜਿਹੜੇ ਅੱਜ ਦੀ ਡੇਟ 'ਚ ਅਸੀਂ ਕਹਿੰਦੇ ਕਿ 12-14 ਸਾਲ ਦਾ ਬੱਚਾ ਡਰੱਗ ਲੈਣੀ ਸ਼ੁਰੂ ਕਰ ਦਿੰਦਾ, ਉਹਨੂੰ 12-14 ਸਾਲ ਦੀ ਏਜ ਵਿੱਚ, ਉਸੇ ਏਜ ਵਿੱਚ ਸਟਾਰਟ 'ਤੇ ਹੀ ਅਸੀਂ ਉਹਦੇ ਲਈ ਟਰੀਟਮੈਂਟ ਸਰਵਿਸਿਜ਼ ਅਵੇਲੇਬਲ ਕਰਾ ਦਈਏ, ਤਾਂ ਕਿ ਉਹ ਬਾਅਦ ਵਾਲੀ ਸਟੇਜ ਤੱਕ ਜਿਹੜੇ 5-6 ਸਾਲ ਨਸ਼ਾ ਕਰਦੇ ਹੋਏ ਫਿਰ ਆਉਂਦੇ ਆ ਟਰੀਟਮੈਂਟ ਲੈਣ ਵਾਸਤੇ, ਉਸ ਸਟੇਜ ਤੱਕ ਉਹਨੂੰ ਪਹੁੰਚਣਾ ਨਾ ਪਏ। ਇਸੇ ਤਰ੍ਹਾਂ ਹੀ ਟਰਾਂਸਜੈਂਡਰਸ, ਜਿਨ੍ਹਾਂ ਵਾਸਤੇ ਅਸੀਂ ਕੋਈ ਸਰਵਿਸਿਜ਼, ਸਪੈਸ਼ਲ ਸਰਵਿਸਿਜ਼ ਨਹੀਂ ਦੇ ਰਹੇ। ਸੋ ਜਦ ਤੱਕ ਇਹ ਜਿਹੜੀ ਸੋ ਕਾਲਡ ਹਿਡਨ ਕਮਿਊਨਿਟੀਜ਼, ਹਿਡਨ ਤਾਂ ਨਹੀਂ ਰਹਿ ਗਈਆਂ ਹੋਈਆਂ, ਹੁਣ ਤਾਂ ਸਾਹਮਣੇ ਜਗ ਜ਼ਾਹਿਰ ਹੈ, ਤੇ ਬਟ ਇਹਨਾਂ ਇਹ ਉਹ ਕਮਿਊਨਿਟੀਜ਼ ਹੈ ਜਿਹੜੀਆਂ ਮਾਰਜੀਨਲਾਈਜ਼ਡ ਹੈ, ਕਿ ਜਿਨ੍ਹਾਂ ਨੂੰ ਸਰਵਿਸਿਜ਼ ਅਸੀਂ ਉਹਨਾਂ ਤੱਕ ਸਰਵਿਸਿਜ਼ ਲੈ ਕੇ ਨਹੀਂ ਜਾ ਪਾਏ, ਉਹ ਸਾਡੇ ਨੂੰ ਅਪਰੋਚ ਨਹੀਂ ਕਰ ਪਾਏ, ਅਸੀਂ ਇਸ ਕਰਕੇ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਸਰਵਿਸਿਜ਼ ਅਵੇਲੇਬਲ ਨਹੀਂ। ਸੋ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਉਹਨਾਂ ਸਾਰਿਆਂ ਨੂੰ ਵੀ ਇਹ ਸਰਵਿਸਿਜ਼ ਇਸੇ ਤਰ੍ਹਾਂ ਨਾਲ ਹੀ ਬੜੀ ਕੰਫਰਟੇਬਲੀ ਸਰਵਿਸਿਜ਼ ਅਵੇਲੇਬਲ ਹੋਣ। ਸਰ, ਯੂਨੀਸੈਫ ਰਿਪੋਰਟ ਦੀ ਜੇ ਆਪਾਂ ਗੱਲ ਕਰਦੇ ਹਾਂ, ਸੋ
ਮਿਗਰ ਪੋਪੂਲੇਸ਼ਨ ਆਫ ਡਰੱਗ ਅਬਿਊਜ਼ਰਸ ਦੇ ਆਰ ਇਵਨ HIV ਪੋਜ਼ਿਟਿਵ। ਜੀ ਜੀ ਇਹਦੇ ਪਿੱਛੇ ਕੀ ਮੁੱਖ ਕਾਰਨ ਹੋ ਸਕਦੇ ਨੇ? ਦੇਖੋ ਇਦਾਂ ਹੈ ਕਿ ਜਦੋਂ ਵਿਅਕਤੀ ਡਰੱਗਸ ਯੂਜ਼ ਕਰਦਾ ਹੈ ਫਿਰ ਉਸ ਤੋਂ ਬਾਅਦ ਮੋਸਟਲੀ ਲੋਕ ਇਹ ਕੀ ਕਰਦੇ ਆ ਕਿ ਜਿੰਨੀ ਕੁ ਡੋਜ਼ ਚੱਲ ਰਹੀ ਹੁੰਦੀ ਹੈ, ਜਿੰਨੀ ਕੁ ਡੋਜ਼ ਅਫੋਰਡ ਕਰ ਸਕਦੇ ਆ, ਉਹਦਾ ਉਨਾ ਹੀ ਮਜ਼ਾ ਲੈਣ ਵਾਸਤੇ ਇੰਜੈਕਟ ਕਰਨਾ ਸ਼ੁਰੂ ਕਰ ਦਿੰਦੇ। ਕਿਉਂਕਿ ਇੰਜੈਕਸ਼ਨ ਡਾਇਰੈਕਟਲੀ ਬਲੱਡ ਦੇ ਵਿੱਚ ਜਾਣਾ ਤਾਂ ਜਲਦੀ ਅਸਰ ਹੋ ਜਾਂਦਾ ਔਰ ਜ਼ਿਆਦਾ ਅਸਰ ਹੁੰਦਾ। ਸੋ ਉਸ ਵਾਸਤੇ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਤਾਂ ਉਹਦੇ ਨਾਲ ਨੀਡਲ ਸ਼ੇਅਰਿੰਗ ਵੀ ਹੁੰਦੀ ਹੈ, ਸਰਿੰਜ ਸ਼ੇਅਰਿੰਗ ਵੀ ਹੁੰਦੀ ਹੈ, ਆਪਸ ਪੂਰੇ ਗਰੁੱਪ ਦੇ ਵਿੱਚ ਹੁੰਦੀ ਹੈ ਜਾਂ ਆਊਟਸਾਈਡ ਦਾ ਗਰੁੱਪ ਵੀ ਹੁੰਦੀ ਹੈ। ਸੋ ਜਦੋਂ ਇਹ ਚੀਜ਼ਾਂ ਹੋ ਜਾਂਦੀਆਂ ਤਾਂ HIV ਟਰਾਂਸਮਿਸ਼ਨ, ਅਸੀਂ ਸਿਰਫ ਐਕਚੁਅਲੀ HIV ਦੀ ਗੱਲ ਹੀ ਕਰਦੇ ਹਾਂ, ਆਪਾਂ ਹੈਪੇਟਾਈਟਸ B C ਦੀ ਗੱਲ ਨਹੀਂ ਕਰ ਰਹੇ। ਅੱਜ ਦੀ ਡੇਟ ਵਿੱਚ ਪੰਜਾਬ ਵਿੱਚ ਹੈਪੇਟਾਈਟਸ C ਦੇ ਬਹੁਤ ਜ਼ਿਆਦਾ ਕੇਸਿਸ ਨਿਕਲ ਰਹੇ। ਉਹਦਾ ਵੀ ਇੱਕ ਮੇਜਰ ਕਾਰਨ ਇਹੀ ਹੈ ਕਿ ਨੀਡਲ ਜਿਹੜੀ ਸ਼ੇਅਰਿੰਗ ਹੈ ਉਹ ਬਹੁਤ ਜ਼ਿਆਦਾ ਰੈਂਪੈਂਟ ਹੈ। ਔਰ ਉਸ ਤੋਂ ਇਲਾਵਾ ਜਦੋਂ ਕੋਈ ਵਿਅਕਤੀ ਨਸ਼ੇ ਵਾਲੀ ਹਾਲਤ ਵਿੱਚ ਹੁੰਦਾ ਹੈ, ਉਹ ਚਾਂਸਸ ਹੈ ਕਿ ਉਹ ਹੋਰ ਵੀ ਜਿਹੜੇ ਆ ਇਨਹਿਬਿਟਰੀ ਸਿਚੁਏਸ਼ਨਸ ਹੈ, ਇਨਹਿਬਿਟਰੀ ਐਕਟੀਵਿਟੀਜ਼ ਹੈ, ਉਹ ਉਹਨਾਂ ਨੂੰ ਵੀ ਕਰਨਾ ਸ਼ੁਰੂ ਕਰਦੇ। ਫੋਰ ਐਗਜ਼ਾਮਪਲ ਸੈਕਸ਼ੂਅਲ ਐਕਟੀਵਿਟੀਜ਼ ਹੈ, ਜਿਹੜੇ ਪ੍ਰੋਫੈਸ਼ਨਲ ਸੈਕਸ ਵਰਕਰਸ ਕੋਲ ਜਾਣਾ ਹੈ, ਉਹ ਸਾਰਾ ਜਦੋਂ ਇਹ ਚੀਜ਼ਾਂ, ਔਰ ਜਦੋਂ ਇਸ ਤਰ੍ਹਾਂ ਦੀ ਹਾਲਤ ਵਿੱਚ ਅਸੀਂ ਕੋਈ ਵਿਅਕਤੀ ਜਾਂਦਾ ਹੈ ਉੱਥੇ, ਤਾਂ ਉਹ ਮੋਸਟ ਆਫ ਦਾ ਟਾਈਮਸ ਕੋਈ ਪ੍ਰੋਟੈਕਸ਼ਨ ਯੂਜ਼ ਨਹੀਂ ਕਰਦਾ। ਸੋ ਇਸ ਕਰਕੇ ਫਿਰ ਇਹ ਜਿਹੜੀਆਂ ਡਿਜ਼ੀਜ਼ਸ ਹੈ ਟਰਾਂਸਮਿਟ ਹੁੰਦੀਆਂ। ਜੀ ਜੀ ਸਰ, ਅਖੀਰਲਾ ਸਵਾਲ, ਇਸ ਪਾਰਟਿਕੂਲਰ ਫੀਲਡ ਦੇ ਵਿੱਚ ਜੇ ਪੰਜਾਬ ਦੀ ਬਿਹਤਰੀ ਦੀ ਗੱਲ ਕਰੀਏ ਤੇ ਇੰਡੀਵਿਜੂਅਲ ਲੈਵਲ ਤੇ ਜਾਂ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾਣੇ ਚਾਹੀਦੇ ਆ? ਜਿਵੇਂ ਸਕੂਲਸ, ਕਾਲਜਸ, ਇੰਸਟੀਟਿਊਟਸ 'ਚ ਜਨਰਲ ਅਵੇਅਰਨੈਸ ਸੈਸ਼ਨਸ, ਕਾਉਂਸਲਿੰਗ ਸੈਸ਼ਨਸ ਇਹ ਸ਼ੁਰੂ ਹੋਣੇ ਚਾਹੀਦੇ ਨੇ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਪੰਜਾਬ ਵਿੱਚ ਸਰਵਿਸਿਜ਼ ਬਹੁਤ ਜ਼ਿਆਦਾ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਉਹਦੇ ਵਿੱਚ ਜਿਹੜੀਆਂ ਸਕੂਲ ਕਾਲਜਸ ਵਾਸਤੇ ਇੱਕ ਵੱਡੀ ਪ੍ਰੋਗਰਾਮ ਆਇਆ, ਉਹਨੂੰ ਪ੍ਰੋਪਰ ਤਰੀਕੇ ਨਾਲ ਉਹਨੂੰ ਚਲਾਉਣਾ, ਉਹਦੀ ਮੋਨੀਟਰਿੰਗ ਕਰਨੀ ਉਹ ਜ਼ਰੂਰੀ ਹੈ ਕਿ ਸਕੂਲ ਦੇ, ਕਿਉਂਕਿ ਬੜਾ ਵਧੀਆ ਇੱਕ ਪ੍ਰੋਗਰਾਮ ਪਲਾਨ ਕੀਤਾ ਗਿਆ, ਬੜਾ ਵਧੀਆ ਮੋਡਿਊਲ ਤਿਆਰ ਕੀਤਾ ਗਿਆ ਉਹਦੇ ਵਾਸਤੇ ਕਿ ਉਹ ਬੱਚਿਆਂ ਤੱਕ ਉਹ ਚੀਜ਼ਾਂ ਪਹੁੰਚਣ ਵੀ। ਕਿ ਅੱਜ ਕੱਲ੍ਹ ਜਿੱਦਾਂ ਕੋਵਿਡ ਸਿਚੁਏਸ਼ਨ ਚੱਲ ਰਹੀ ਤਾਂ ਸਕੂਲਸ ਕਾਲਜਸ ਬੰਦ ਹੈ, ਤਾਂ ਹੁਣ ਇਹ ਚਾਹੀਦਾ ਕਿ ਔਨਲਾਈਨ ਜਿਹੜੇ ਕਲਾਸਿਸ ਅਸੀਂ ਲੈ ਰਹੇ ਹਾਂ ਤੇ ਅਵੇਅਰਨੈਸ ਵੀ ਤਾਂ ਕੀਤੀ ਜਾ ਸਕਦੀ ਸਕੂਲ ਕਾਲਜਸ ਵਿੱਚ। ਔਰ ਉਸ ਤੋਂ ਇਲਾਵਾ ਕਮਿਊਨਿਟੀ ਦੀ ਪਾਰਟਿਸਿਪੇਸ਼ਨ ਵਾਸਤੇ ਜਿਸ ਤਰ੍ਹਾਂ ਡੈਪੋ ਪ੍ਰੋਗਰਾਮ ਚਲਾਇਆ ਗਿਆ, ਉਸ ਤਰ੍ਹਾਂ ਦਾ ਪ੍ਰੋਗਰਾਮ ਔਰ ਕਮਿਊਨਿਟੀ ਦੀ ਪਾਰਟਿਸਿਪੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਤਾਂ ਜਿਸ ਤਰ੍ਹਾਂ ਜੇ ਅਸੀਂ ਗੱਲ ਕਰਦੇ ਹਾਂ ਅਵੇਅਰਨੈਸ ਦੀ, ਸਭ ਤੋਂ ਪਹਿਲਾਂ ਤਾਂ ਪ੍ਰੀਵੈਂਸ਼ਨ ਦੀ ਗੱਲ ਕਰੀਏ। ਪ੍ਰੀਵੈਂਟ ਕਰਨਾ ਹੈ, ਟਰੀਟ ਕਰਨਾ ਹੈ, ਅਵੇਅਰ ਕਰਨਾ ਹੈ ਲੋਕਾਂ ਨੂੰ, ਔਰ ਉਸ ਤੋਂ ਬਾਅਦ ਰੀਹੈਬਿਲਿਟੇਟ ਕਰਨਾ ਹੈ, ਉਹਨਾਂ ਨੂੰ ਰਿਲੈਪਸਿਸ ਪ੍ਰੀਵੈਂਟ ਕਰਨੇ ਆ। ਉਹਦੇ ਵਾਸਤੇ ਸੁਸਾਇਟੀ ਦੀ ਪਾਰਟਿਸਿਪੇਸ਼ਨ ਔਰ ਇਸ ਤਰ੍ਹਾਂ ਦੇ ਪ੍ਰੋਗਰਾਮਸ ਜਿਹੜੇ ਹੈ ਹੋਰ ਜਿਹੜੇ ਆਉਣੇ ਚਾਹੀਦੇ ਹੈ ਹੋਰ ਜਿਹੜਾ। ਔਰ ਮੈਨੂੰ ਜੋ ਮਹਿਸੂਸ ਹੁੰਦਾ ਕਿ ਸੁਸਾਇਟੀ ਦੀ ਭਾਗੀਦਾਰੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿ ਅਸੀਂ ਲੈਕਚਰ ਬਹੁਤ ਕਰ ਲੈਂਦੇ ਹਾਂ ਸਟੇਜਿਸ 'ਤੇ ਜਾ ਕੇ, ਔਰ ਹਰੇਕ ਵਿਅਕਤੀ ਨੂੰ ਪਤਾ ਕਿ ਨਸ਼ਾ ਮਾੜੀ ਚੀਜ਼ ਹੈ, ਨਸ਼ਾ ਨਹੀਂ ਕਰਨਾ ਚਾਹੀਦਾ, ਪਰ ਸਿਰਫ ਇੱਥੇ ਤੱਕ ਹੀ ਸੀਮਿਤ ਨਹੀਂ ਰਹਿ ਜਾਣਾ ਚਾਹੀਦਾ। ਇਹ ਸੁਸਾਇਟੀ ਵਿੱਚ ਮੈਸੇਜ ਕਨਵੇ ਵੀ ਹੋਣਾ ਚਾਹੀਦਾ ਔਰ ਸਪਰੈਡ ਵੀ ਹੋਣਾ ਚਾਹੀਦਾ। ਜੀ ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਅੱਛਾ ਲੱਗਾ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਇਹ ਸੀ ਜੀ ਅੱਜ ਦੀ ਖਾਸ ਗੱਲਬਾਤ ਡਾਕਟਰ ਸੰਦੀਪ ਦੇ ਨਾਲ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੇਂ ਚਿਹਰੇ, ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।